students. Today we will start second chapter, remuneration and incentives. remuneration ਕੀ ਹੈ ਤੇ incentives ਕੀ ਨੇ? remuneration ਹੈ ਜੋ ਇੱਕ ਮੋਸਟ ਕੰਪਲੈਕਸ ਪ੍ਰੋਬਲਮ ਹੈ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ। ਆਪਾਂ ਨੂੰ ਪਤਾ ਡੈਮੋਕ੍ਰੇਟਿਕ ਕੰਟਰੀ ਕਿਹੜੀ ਹੈ? ਲਾਈਕ ਇੰਡੀਆ। ਕਿਉਂਕਿ ਡੈਮੋਕ੍ਰੇਟਿਕ ਉਦੋਂ ਹੁੰਦਾ ਵੀ ਜਦੋਂ ਕੋਈ ਵੀ ਆਪੋ ਆਪਣੇ ਮੇਰੇ ਮੈਥਡਸ ਨੇ ਨਾ ਉਹ ਯੂਜ਼ ਕਰਨ ਲੱਗ ਜਾਂਦੇ। ਹੁਣ ਜੇ ਆਪਾਂ ਗੱਲ ਕਰੀਏ ਵੇਸ ਪੇਮੈਂਟ ਦੀ ਤਾਂ ਇੱਥੇ ਕੋਈ ਵੀ ਇੱਕ ਸਿੰਗਲ ਮੈਥਡ ਨਹੀਂ ਹੈ ਵੇਸ ਪੇਮੈਂਟ ਕਰਨ ਦਾ ਵੀ ਜੋ ਇੰਪਲੋਇਰਸ ਦੇ ਲਈ ਵੀ ਬੈਨੀਫਿਸ਼ੀਅਲ ਹੋਵੇ ਅਤੇ ਵਰਕਰਸ ਦੇ ਲਈ ਵੀ। ਵੇਜਸ ਕੀ ਹੁੰਦੀਆਂ ਨੇ? ਵੇਜਸ ਐਜ਼ ਅ ਮੀਨਸ ਆਫ ਪ੍ਰੋਵਾਈਡਿੰਗ ਇਨਕਮ ਫॉर ਦੀ ਵਰਕਰਸ ਬਿਕਮ ਦਾ ਓਨਲੀ ਸੋਰਸ ਆਫ ਇਨਕਮ। ਆਪਾਂ ਨੂੰ ਪਤਾ ਹੈ ਵੇਜ ਕੀ ਹੈ? ਇੱਕ ਉਹ ਚੀਜ਼ ਹੈ, ਇੱਕ ਉਹ ਪੇਮੈਂਟ ਹੈ ਜੋ ਇੱਕ ਵਰਕਰ ਦੇ ਲਈ ਕੀ ਹੈ? ਮੇਨ ਸੋਰਸ ਆਫ ਇਨਕਮ ਹੈ। ਲੋ ਟਾਈਮ ਵੇਜਸ ਡੂ ਨਾਟ ਨੈਸੈਸਰਲੀ ਮੀਨ ਲੋ ਕਾਸਟ ਆਫ ਪ੍ਰੋਡਕਸ਼ਨ। ਜੇ ਆਪਾਂ ਗੱਲ ਕਰੀਏ ਵੀ ਜੇ ਆਪਾਂ ਲੋ ਟਾਈਮ ਵੇਜਸ ਦੇ ਰਹੇ ਹਾਂ ਤਾਂ ਆਪਣੀ ਪ੍ਰੋਡਕਸ਼ਨ ਵੀ ਜਿਹੜੀ ਆ ਉਹ ਲੋ ਕਾਸਟ ਹੈ, ਜ਼ਰੂਰੀ ਨਹੀਂ। ਜੇ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਵਰਕਰਸ ਨੂੰ ਜਿਹੜੀਆਂ ਵੇਜਸ ਨੇ ਉਹ ਲੋ ਦੇ ਰਹੇ ਹਾਂ ਤਾਂ ਜਿਹੜੀ ਆਪਣੀ ਕਾਸਟ ਆਫ ਪ੍ਰੋਡਕਸ਼ਨ ਹੈ ਉਹ ਵੀ ਲੋ ਹੋਵੇ। ਅਤੇ ਜੇਕਰ ਆਪਾਂ ਹਾਈ ਵੇਜਸ ਪੇ ਕਰ ਰਹੇ ਹਾਂ ਤਾਂ ਆਪਣੀ ਹਾਈ ਕਾਸਟ ਆਫ ਪ੍ਰੋਡਕਸ਼ਨ ਹੋਊਗੀ, ਇਹ ਜ਼ਰੂਰੀ ਨਹੀਂ ਹੈ। ਔਨ ਦੀ ਅਦਰ ਹੈਂਡ ਹਾਈ ਵੇਜਸ ਮੇ ਲੀਡ ਟੂ ਲੋ ਕਾਸਟ ਆਫ ਪ੍ਰੋਡਕਸ਼ਨ। ਕਹਿੰਦੇ ਜੇ ਆਪਾਂ ਦੂਜੀ ਸਾਈਡ ਗੱਲ ਕਰਦੇ ਹਾਂ ਤਾਂ ਜੇ ਆਪਾਂ ਕੀ ਕਰ ਰਹੇ ਹਾਂ ਹਾਈ ਵੇਜਸ ਪੇ ਕਰ ਰਹੇ ਹਾਂ ਤਾਂ ਹੋ ਸਕਦਾ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਘੱਟ ਹੋਵੇ। ਕਿਉਂ? ਹਾਈ ਵੇਜਸ ਗਿਵ ਇਨਸੈਂਟਿਵਸ ਟੂ ਵਰਕਰਸ ਟੂ ਬਿਕਮ ਐਫੀਸ਼ੀਐਂਟ ਐਂਡ ਪ੍ਰੋਡਿਊਸ ਮੋਰ। ਜੇਕਰ ਆਪਾਂ ਵੇਜਸ ਨੇ ਜਿਹੜੀਆਂ ਉਹ ਹਾਈ ਦੇ ਰਹੇ ਹਾਂ ਇੰਪਲੋਇਰਸ ਨੂੰ ਤਾਂ ਕੀ ਹੋ ਜਾਏਗਾ? ਐਫੀਸ਼ੀਐਂਟ ਵੇ ਦੇ ਵਿੱਚ ਕੰਮ ਕਰਨਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਉਹ ਪ੍ਰੋਡਕਟੀਵਿਟੀ ਕਰਨਗੇ। ਇਨਕਰੀਜ਼ਡ ਪ੍ਰੋਡਕਸ਼ਨ ਦੇ ਨਾਲ ਕੀ ਹੋਊਗੀ? ਕਾਸਟ ਜਿਹੜੀ ਐਟੋਮੈਟਿਕ ਪਰ ਯੂਨਿਟ ਰਿਡਿਊਸ ਹੋ ਜਾਂਦੀ ਹੈ। ਸੈਕਿੰਡ ਪੁਆਇੰਟ ਕੀ ਹੈ? ਇਨਕਰੀਜ਼ ਇਨ ਪ੍ਰੋਡਕਸ਼ਨ ਵਿਲ ਰਿਜ਼ਲਟ ਇਨ ਲੋਅਰ ਫਿਕਸਡ ਕਾਸਟ ਪਰ ਯੂਨਿਟ। ਜੇ ਆਪਣੀ ਪ੍ਰੋਡਕਸ਼ਨ ਇਨਕਰੀਜ਼ ਹੋ ਗਈ ਤਾਂ ਜੇ ਕਾਸਟ ਪਰ ਯੂਨਿਟ ਜਿਹੜੀ ਡਿਕਰੀਜ਼ ਹੋਈ ਹੈ, ਡੈਮੈਂਸ਼ ਹੋਈ ਹੈ ਤਾਂ ਉਹ ਕਿਹੜੀ ਹੋਈ ਹੈ? ਫਿਕਸਡ ਕਾਸਟ ਪਰ ਯੂਨਿਟ। ਤਾਂ ਆਪਾਂ ਕਹਿ ਸਕਦੇ ਕਿ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਉਹ ਵੀ ਕੀ ਹੋ ਜਾਂਦੀ ਹੈ? ਡਾਊਨ 'ਚ ਚਲੀ ਜਾਂਦੀ ਹੈ। ਕਿਉਂ? ਜੇਕਰ ਆਪਾਂ ਹਾਈ ਵੇਜਸ ਪੇ ਕਰਦੇ ਹਾਂ ਤਾਂ ਇਸ ਇੱਕ ਮੀਨਿੰਗ ਸਿੰਪਲ ਜਾਂ ਰੈਮੂਨਰੇਸ਼ਨ ਐਂਡ ਇਨਸੈਂਟਿਵਸ ਆ। ਤਾਂ ਨੈਕਸਟ ਕੁਝ ਫੀਚਰਸ ਨੇ ਗੁੱਡ ਵੇਜ ਸਿਸਟਮ ਦੇ, ਬਿਲਕੁਲ ਈਜ਼ੀ ਪੁਆਇੰਟਸ ਨੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ? ਇੱਕ ਫੇਅਰ ਮੈਥਡ ਲਗਾਉਣਾ ਚਾਹੀਦਾ ਜੋ ਇੰਪਲੋਇਰ ਅਤੇ ਇੰਪਲੋਈ ਦੋਨਾਂ ਦੇ ਲਈ ਬੈਨੀਫਿਸ਼ੀਅਲ ਹੋਵੇ। ਠੀਕ ਹੈ। ਗਰੰਟਡ ਮਿਨੀਮਮ ਵੇਜਸ ਦੇਣ, ਸੈਟਿਸਫੈਕਟਰੀ ਲੈਵਲ 'ਤੇ ਦੇਣ ਉਹਨਾਂ ਨੂੰ ਵਰਕਰਸ ਨੂੰ ਉਹਨਾਂ ਦੀ ਮੈਰਿਟ ਅਕੋਰਡਿੰਗ ਦੇਣ। ਇੱਕ ਮੈਥਡ ਹੁੰਦੇ ਨਾ, ਬਹੁਤ ਸਾਰੇ ਮੈਥਡਸ ਹੁੰਦੇ ਨੇ ਇੰਪਲੋਇਜ਼ ਨੂੰ ਪਰਫੋਰਮੈਂਸ ਅਪਰੇਜ਼ਲ ਚੈੱਕ ਕਰਨ ਦੇ। ਕੁਛ ਟਰੈਡੀਸ਼ਨਲ ਨੇ, ਕੁਛ ਮਾਡਰਨ ਨੇ। ਜੇ ਆਪਾਂ ਗੱਲ ਕਰਦੇ ਹਾਂ ਟਰੈਡੀਸ਼ਨਲ ਦੀ ਤਾਂ ਇਸ ਦੇ ਵਿੱਚ ਆ ਜਾਂਦੇ ਨੇ ਲਾਈਕ ਰੈਂਕਿੰਗ ਮੈਥਡ, ਗ੍ਰਾਫਿੰਗ ਮੈਥਡ, ਰੇਟਿੰਗ ਸਕੇਲ ਮੈਥਡ, ਮੈਰਿਟ ਰੇਟਿੰਗ, ਮਿਕਸਡ, ਠੀਕ ਹੈ, ਕ੍ਰਿਟੀਕਲ ਇੰਸੀਡੈਂਟਲ ਮੈਥਡ। ਇਹ ਸਾਰੇ ਟਰਡੀਸ਼ਨਲ ਮੈਥਡ ਸੀ। ਬਟ ਕੁਛ ਨਿਊ ਮੈਥਡਸ ਵੀ ਆਏ ਨੇ ਮਾਡਰਨ ਲਾਈਕ MBO ਹੋ ਗਿਆ, ਮੈਨੇਜਮੈਂਟ ਬਾਈ ਆਬਜੈਕਟਿਵਸ ਹੋ ਗਿਆ, 360 ਅਪਰੇਜ਼ਲ ਹੋ ਗਿਆ। 360 ਦੇ ਵਿੱਚ ਕੀ ਹੁੰਦਾ ਵੀ ਇੱਕ ਵਰਕਰ ਦੀ ਪਰਫੋਰਮੈਂਸ ਹੈ ਨਾ ਆਪਾਂ 360 ਐਂਗਲ ਵਾਂਗੂ ਓਵਰਆਲ ਤੋਂ ਚੈੱਕ ਕਰ ਲੈਂਦੇ ਹਾਂ। ਓਵਰਆਲ ਮੀਨਸ ਇੱਕ ਵਰਕਰ ਬਾਰੇ ਆਪਾਂ ਉਸ ਡਿਪਾਰਟਮੈਂਟ ਦੇ, ਉਸ ਔਰਗਨਾਈਜੇਸ਼ਨ ਦੇ ਇਕੱਲੇ ਪਰਸਨ ਤੋਂ ਪਤਾ ਕਰਦੇ ਹਾਂ ਤਾਂ ਉਹ ਕਿਹੜੀ ਪਰਫੋਰਮੈਂਸ ਅਪਰੇਜ਼ਲ ਹੈ? 360 ਅਪਰੇਜ਼ਲ। ਤਾਂ ਇਹ ਕੁਛ ਟੈਕਨੀਕਸ ਨੇ ਜਿਨ੍ਹਾਂ ਨੂੰ ਆਪਾਂ ਅਡੋਪਟ ਕਰਕੇ ਕੀ ਕਰ ਸਕਦੇ ਹਾਂ? ਵੇਜ ਪੇਮੈਂਟ ਕਰ ਸਕਦੇ ਹਾਂ। ਸਕਿਲਡ ਵਰਕਰਸ ਨੇ ਜਿਹੜੇ ਉਹਨਾਂ ਨੂੰ ਜ਼ਿਆਦਾ ਪੇਮੈਂਟ ਕਰਨੀ ਚਾਹੀਦੀ ਹੈ ਅਨਸਕਿਲਡ ਦੇ ਕੰਪੈਰੀਜ਼ਨ। ਕਿਉਂਕਿ ਫਿਰ ਉਹ ਕੀ ਹੋਣਗੇ? ਜ਼ਿਆਦਾ ਮੋਟੀਵੇਟ ਹੋਣਗੇ। ਅਤੇ ਸਿਸਟਮ ਦੇ ਵਿੱਚ ਕੀ ਹੋਣਾ ਚਾਹੀਦਾ? ਇਕੁਅਲ ਵਰਕ ਦੇ ਲਈ ਇਕੁਅਲ ਵੇਜਸ ਹੋਣ, ਫਲੈਕਸੀਬਲ ਹੋਣਾ ਚਾਹੀਦਾ, ਜ਼ਿਆਦਾ ਕ੍ਰਿਟੀਕਲ ਨਹੀਂ ਹੋਣਾ ਚਾਹੀਦਾ ਵੀ ਆਪਾਂ ਕੁਛ ਚੇਂਜ ਹੀ ਨਹੀਂ ਕਰ ਸਕਦੇ। ਦੈਨ ਸਿਸਟਮ ਸ਼ੁੱਡ ਬੀ ਸੱਚ ਐਜ਼ ਟੂ ਮਿਨੀਮਾਈਜ਼ ਲੇਬਰ ਟਰਨਓਵਰ, ਐਬਸੈਂਟਿਜ਼ਮ। ਲੇਬਰ ਟਰਨਓਵਰ ਕਿਉਂ? ਜਦੋਂ ਆਪਣੇ ਵਰਕਰਸ ਨੇ ਜਿਹੜੇ ਉਹ ਛੱਡ ਕੇ ਚਲੇ ਜਾਣ। ਜੇ ਆਪਣਾ ਵੇ ਸਿਸਟਮ ਵਧੀਆ ਤਾਂ ਕੋਈ ਵੀ ਲੇਬਰ ਟਰਨਓਵਰ ਹੈ ਜਾਂ ਫਿਰ ਐਬਸੈਂਟਿਜ਼ਮ ਨੇ ਉਹ ਬਹੁਤ ਹੀ ਘੱਟ ਹੋ ਜਾਣਗੇ। ਤਾਂ ਇਹ ਕੁਛ ਬੇਸਿਕ ਫੀਚਰਸ ਨੇ। ਦੈਨ ਨੈਕਸਟ ਟੋਪਿਕ ਹੈ ਸਿਸਟਮਸ ਆਫ ਵੇਜ ਪੇਮੈਂਟ। ਇਹ ਤੁਸੀਂ +2 ਦੇ ਵਿੱਚ ਬਿਜ਼ਨਸ ਸਟੱਡੀ ਦੇ ਵਿੱਚ ਵੈਸੇ ਪੜ੍ਹ ਚੁੱਕੇ ਹੋ। ਜਿੰਨੀਆਂ ਵੀ ਚੀਜ਼ਾਂ ਆਪਾਂ ਨੈਕਸਟ ਕਰਾਂਗੇ ਸਿਸਟਮਸ ਆਫ ਵੇਜ ਪੇਮੈਂਟ ਦੇ ਵਿੱਚ ਕੀ ਹੈ? ਟਾਈਮ, ਪੀਸ ਰੇਟ, ਇਹ ਸਾਰੇ ਤੁਸੀਂ ਪਹਿਲਾਂ ਕੀਤੇ ਹੋਏ ਨੇ। ਟਾਈਮ ਵੇਜ ਸਿਸਟਮ, ਟਾਈਮ ਦੇ ਵਿੱਚ ਕੀ ਹੁੰਦਾ? ਜਿਹੜਾ ਵਰਕਰ ਹੈ ਆਪਾਂ ਉਸਨੂੰ ਕਿਸ ਦੇ ਬੇਸਿਸ 'ਤੇ ਪੇ ਕਰਦੇ ਹਾਂ? ਕਿੰਨੇ ਆਰਸ ਉਹਨੇ ਕੰਮ ਕੀਤਾ, ਕਿੰਨੇ ਵੀਕਸ ਕੰਮ ਕੀਤਾ ਅਤੇ ਕਿੰਨੇ ਮੰਥ ਕੀਤਾ। ਉਹ ਆਪਣਾ ਟਾਰਗੇਟ ਰੱਖਿਆ ਹੋਇਆ ਹੈ ਵੀ ਆਪਾਂ ਨੇ ਮੰਥ ਅਕੋਰਡਿੰਗ ਕਿੰਨਾ ਪੇ ਕਰ ਰਹੇ ਹਾਂ ਅਤੇ ਪਰ ਆਰ ਆਪਾਂ ਕਿੰਨਾ ਪੇ ਕਰ ਰਹੇ ਹਾਂ ਜਾਂ ਫਿਰ ਪਰ ਵੀਕ ਕਿੰਨਾ ਪੇਮੈਂਟ ਕਰ ਰਹੇ ਹਾਂ। ਤਾਂ ਉਹ ਆਪਣਾ ਕਿਹੜਾ ਮੈਥਡ ਹੈ? ਟਾਈਮ ਵੇਜ ਸਿਸਟਮ। ਤਾਂ ਇਸ ਦੇ ਵੀ ਅੱਗੇ ਫਰਦਰ ਮੈਥਡਸ ਹੁੰਦੇ ਨੇ, ਆਪਾਂ ਉਹਨਾਂ ਨੂੰ 1 ਬਾਏ 1 ਕਰਕੇ ਕਰ ਲਵਾਂਗੇ। ਫਸਟ ਇਜ਼ ਫਲੈਟ ਟਾਈਮ ਰੇਟ। ਫਲੈਟ ਟਾਈਮ ਰੇਟ ਕੀ ਹੈ? ਓਲਡੈਸਟ ਮੈਥਡ ਹੈ ਵੇਜ ਪੇਮੈਂਟ ਦਾ। ਇਸ ਮੈਥਡ ਦੇ ਵਿੱਚ ਕੀ ਹੁੰਦਾ? ਜਿਹੜੇ ਵਰਕਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਪੇ ਕੀਤਾ ਜਾਂਦਾ? ਇੱਕ ਫਲੈਟ ਰੇਟ 'ਤੇ। ਫਲੈਟ ਰੇਟ ਦਾ ਮੀਨਿੰਗ ਕੀ ਹੈ? ਇੱਕ ਫਿਕਸ ਰੇਟ 'ਤੇ ਪੇ ਕਰਨਾ। ਠੀਕ ਹੈ, ਫਿਕਸਡ ਕੀਪਿੰਗ ਕਰਨਾ ਉਹਨਾਂ ਦੀ। ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ? ਫਲੈਟ ਰੇਟ ਕਹਿ ਸਕਦੇ ਹਾਂ।
The method of base payment is most suitable for highly skilled and unskilled workers including apprentices. Apprentices ਕੀ ਹੁੰਦੇ ਨੇ ਵੀ ਜੋ ਵਿੱਚ ਵਿਚਾਲੇ ਦੇ ਨਾ ਉਹ skilled ਨੇ ਤੇ ਨਾ ਉਹ 100% ਹੀ ਅਨਸਕਿਲਡ ਨੇ, ਤਾਂ ਹੀ ਜਿਹੜਾ ਆਪਣਾ ਫਲੈਟ ਰੇਟ ਹੈਗਾ ਉਹ ਫਿਕਸਡ ਹੈ, ਤਾਂ ਹੀ ਇਹਨਾਂ ਸਾਰੇ ਵਰਕਰਸ ਦੇ ਲਈ ਕੀ ਹੈ ਬੈਨੀਫਿਸ਼ੀਅਲ ਹੈ ਅਤੇ ਸੁਈਟੇਬਲ ਹੈ। ਨੈਕਸਟ ਟਾਈਪ ਹੈ ਹਾਈ ਡੇ ਰੇਟ। ਹੁਣ ਦੇਖੋ ਪਹਿਲਾਂ ਆਪਾਂ ਗੱਲ ਕੀਤੀ ਫਲੈਟ ਟਾਈਮ ਰੇਟ, ਹੁਣ ਆਪਾਂ ਗੱਲ ਕਰ ਰਹੇ ਹਾਈ ਡੇ ਰੇਟ। ਤਾਂ ਜੇ ਆਪਾਂ ਇਹਦੇ ਪੁਆਇੰਟਸ ਤੋਂ ਹੀ ਸਮਝੀਏ ਫਲੈਟ ਦੇ ਵਿੱਚ ਕੀ ਸੀ, ਕੋਈ ਸਕਿਲਡ ਹੈ ਕੋਈ ਅਨਸਕਿਲਡ ਹੈ, ਕਿਸ ਤਰ੍ਹਾਂ ਵੀ ਉਸ 'ਤੇ ਇੱਕ ਫਿਕਸ ਰੇਟ ਪੇ ਕੀਤਾ ਜਾਂਦਾ ਹੈ। ਬਟ ਉਸ ਦੀਆਂ ਕੁਛ ਲਿਮੀਟੇਸ਼ਨਸ ਵੀ ਨੇ, ਕਿਉਂਕਿ ਜਿਹੜੇ ਮੋਰ ਐਫੀਸ਼ੀਐਂਟ ਵਰਕਰਸ ਨੇ ਨਾ ਉਹ ਮੋਟੀਵੇਟ ਨਹੀਂ ਹੋ ਸਕਦੇ, ਕਿਉਂਕਿ ਆਪਾਂ ਇੱਕ ਹੀ ਰੇਟ ਰੱਖ ਰਹੇ ਹਾਂ ਸਭ ਦੇ ਲਈ, ਸਕਿਲਡ ਦੇ ਲਈ ਵੀ, ਅਨਸਕਿਲਡ ਦੇ ਲਈ ਵੀ, ਐਫੀਸ਼ੀਐਂਟ ਦੇ ਲਈ ਅਤੇ ਇਨਐਫੀਸ਼ੀਐਂਟ ਪਰਸਨਸ ਦੇ ਲਈ ਵੀ। ਤਾਂ ਹਾਈ ਡੇ ਰੇਟ ਸਿਸਟਮ ਜਿਹੜਾ ਕਿਸ ਚੀਜ਼ ਦੇ ਲਈ ਅਡੋਪਟ ਕੀਤਾ, ਕਿਸ ਚੀਜ਼ ਦੇ ਆਪਾਂ ਉਸਨੂੰ ਲੈ ਕੇ ਆਏ, ਜੋ ਆਪਣੇ ਸਕਿਲਡ ਇੰਪਲੋਇਜ਼ ਨੇ, ਸਕਿਲਡ ਵਰਕਰਸ ਨੇ, ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਵੀ ਜਿੰਨਾ ਉਹਨਾਂ ਦਾ ਵਰਕ ਹੈ ਜਿਹੜਾ ਹਾਈ ਕੀਤਾ ਹੈਗਾ ਉਹਨਾਂ ਆਪਾਂ ਨੂੰ ਕੀ ਕਰ ਰਹੇ ਹਾਈ ਪੇ ਕਰ ਰਹੇ ਹਾਂ। ਅਤੇ ਜੇ ਆਪਾਂ ਗੱਲ ਕਰਦੇ ਹਾਂ ਫਲੈਟ ਰੇਟ ਦੀ, ਤਾਂ ਇਸ ਦੀ ਇੱਕ ਡਰੋਬੈਕ ਸੀ ਕਿ ਇਸ ਦੇ ਵਿੱਚ ਕਿਸੇ ਇਨਸੈਂਟਿਵਸ ਦੀ ਜਿਹੜੀ ਆਪਣੀ ਓਕੇਜ਼ਨ ਹੈ ਉਹ ਵਰਕਰਸ ਨੂੰ ਨਹੀਂ ਮਿਲ ਪਾਉਂਦੀ ਸੀ। ਨੈਕਸਟ ਟਾਈਪ ਇਜ਼ ਮੈਜ਼ਰ ਡੇ ਰੇਟ। ਡੇ ਰੇਟ ਦਾ ਮੀਨਿੰਗ ਕੀ ਹੈ ਕਿ ਵਰਕਰਸ ਨੂੰ ਇੱਕ ਸਪੈਸੀਫਾਈਡ ਵਰਕ ਕੀਤਾ ਜਾਂਦਾ ਸੀ ਅਤੇ ਰੇਟ ਫਿਕਸ ਕੀਤਾ ਜਾਂਦਾ ਸੀ ਇਸ ਦੀ ਪਰਫੋਰਮੈਂਸ ਅਕੋਰਡਿੰਗ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਪਰਫੋਰਮੈਂਸ ਅਪਰੇਜ਼ਲ ਦੇ ਮੈਥਡਸ ਹੁੰਦੇ ਨੇ ਵੀ MPOs ਲਗਾ ਕੇ ਜਾਂ ਫਿਰ 360 ਮੈਥਡਸ ਲਗਾ ਕੇ, ਉਹ ਸਾਰੇ ਇੱਥੇ ਅਡੋਪਟ ਹੁੰਦੇ ਨੇ। ਕਿਉਂਕਿ ਆਪਾਂ ਕੀ ਕਰ ਰਹੇ ਹਾਂ ਡੇ ਰੇਟ ਮੈਜ਼ਰ ਕਰ ਰਹੇ ਹਾਂ। ਤਾਂ ਜੇ ਆਪਾਂ ਵਰਕਰਸ ਨੂੰ ਕੋਈ ਆ ਕੇ ਇੱਕ ਸਪੈਸੀਫਾਈਡ ਟਾਸਕ ਦੇ ਦਿੰਦੇ ਆ ਤਾਂ ਉਸ ਟਾਸਕ ਨੂੰ ਪਰਫੋਰਮ ਕਰਨਗੇ, ਫਿਰ ਆਪਾਂ ਉਹਨਾਂ ਦੀ ਪਰਫੋਰਮੈਂਸ ਚੈੱਕ ਕਰਾਂਗੇ ਮਾਡਰਨ ਅਤੇ ਨਿਊ ਮੈਥਡਸ ਲਗਾ ਕੇ, ਅਤੇ ਫਿਰ ਆਪਾਂ ਉਹਨੂੰ ਕੀ ਕਰਾਂਗੇ ਪੇ ਰੇਟ ਕਰਾਂਗੇ। ਨੈਕਸਟ ਇਜ਼ ਗ੍ਰੈਜੂਏਟਡ ਟਾਈਮ ਰੇਟ। ਗ੍ਰੈਜੂਏਟ ਦੀ ਮੀਨਿੰਗ ਕੀ ਹੈ, ਆਪਾਂ ਕਾਸਟ ਆਫ ਲਿਵਿੰਗ ਇੰਡੈਕਸ ਦੇ ਥਰੂ ਕੀ ਕਰ ਰਹੇ ਹਾਂ ਉਹਦੀ ਪੇਮੈਂਟ ਕਰ ਰਹੇ ਹਾਂ। ਦੈਨ ਡਿਫਰੈਂਸ਼ੀਅਲ ਟਾਈਮ ਰੇਟ, ਡਿਫਰੈਂਟ ਵੇਜਸ ਰੇਟ ਨੇ ਡਿਫਰੈਂਟ ਵਰਕਰਸ ਦੇ ਲਈ। ਜੇ ਇੱਕ ਗਰੁੱਪ ਦੇ ਵਿੱਚ ਸਪੋਜ਼ ਕਰੋ 6 ਵਰਕਰਸ ਨੇ, ਆਪਾਂ 6 ਦੇ 6 ਵਰਕਰਸ ਨੂੰ ਸੇਮ ਵੇਜਸ ਨਹੀਂ ਦੇ ਰਹੇ, ਆਪਾਂ ਉਹਨਾਂ ਦੀਆਂ ਕੁਆਲਿਟੀਜ਼ ਦੇ ਅਕੋਰਡਿੰਗ ਅਤੇ ਉਹਦੀ ਕੁਆਂਟਿਟੀ ਦੇ ਅਕੋਰਡਿੰਗ ਵੀ ਕਿੰਨਾ ਵਰਕ ਕੀਤਾ, ਵਰਕ ਦੀ ਕੁਆਂਟਿਟੀ ਅਕੋਰਡਿੰਗ ਆਪਾਂ ਕੀ ਕਰਾਂਗੇ ਉਹਨੂੰ ਡਿਫਰੈਂਟ ਵੇਜਸ ਨੇ ਜਿਹੜੇ ਉਹ ਪੇ ਕਰਾਂਗੇ। ਨੈਕਸਟ ਪਹਿਲਾਂ ਤਾਂ ਆਪਾਂ ਕੀ ਕੀਤਾ ਟਾਈਮ, ਹੁਣ ਆਪਾਂ ਕਰ ਰਹੇ ਹਾਂ ਪੀਸ ਰੇਟ। ਪੀਸ ਦੇ ਵਿੱਚ ਕੀ ਹੈ ਵੀ ਵਰਕ ਕਿੰਨਾ ਕੀਤਾ, ਪਹਿਲਾਂ ਅਸੀਂ ਕਿੰਨੇ ਟਾਈਮ ਦੇ ਵਿੱਚ ਕੀਤਾ ਅਤੇ ਹੁਣ ਆਪਾਂ ਵਰਕ ਦੇਖਾਂਗੇ ਵੀ ਕਿੰਨਾ ਕੀਤਾ। ਪੀਸ ਰੇਟ ਸਿਸਟਮ, ਫਿਕਸਡ ਰੇਟ ਇਜ਼ ਪੇਡ ਫॉर ਈਚ ਇੰਪਲਾਈ ਫॉर ਈਚ ਯੂਨਿਟ ਪ੍ਰੋਡਿਊਸਡ, ਜੋਬ ਕੰਪਲੀਟਡ ਔਰ ਐਨ ਆਪਰੇਸ਼ਨ ਪਰਫੋਰਮਡ। ਵੀ ਜੇ ਆਪਾਂ ਗੱਲ ਕਰੀਏ ਜੇ 10 ਯੂਨਿਟਸ ਪ੍ਰੋਡਿਊਸ ਕਰ ਰਹੇ ਹੋ ਤਾਂ 20 ਰੁਪੀਜ਼, ਜੇ 20 ਯੂਨਿਟਸ ਪ੍ਰੋਡਿਊਸ ਕਰ ਰਹੇ ਹੋ ਤਾਂ 40 ਰੁਪੀਜ਼। ਇਸ ਤਰ੍ਹਾਂ ਆਪਾਂ ਕੀ ਕਰ ਰਹੇ ਹਾਂ ਪੀਸ ਰੇਟ ਅਕੋਰਡਿੰਗ ਪੇਮੈਂਟ ਕਰ ਰਹੇ ਹਾਂ। ਫਸਟ ਮੈਥਡ ਸਟਰੇਟ ਪੀਸ ਰੇਟ ਸਿਸਟਮ। ਸਟਰੇਟ ਦੇ ਵਿੱਚ ਕੀ ਇੱਕ ਸਿੰਪਲੈਸਟ ਮੈਥਡ ਹੈ ਪੇਮੈਂਟ ਕਰਨ ਦਾ, ਕਿਉਂਕਿ ਆਪਾਂ ਜਿੰਨੀਆਂ ਯੂਨਿਟਸ ਪ੍ਰੋਡਿਊਸ ਕੀਤੀਆਂ ਨੇ ਇੱਕ ਫਿਕਸ ਰੇਟ ਰੱਖ ਲੈਂਦੇ ਆ ਵੀ ਤੁਸੀਂ 100 ਯੂਨਿਟਸ ਪ੍ਰੋਡਿਊਸ ਕਰ ਦਿਓਗੇ ਤਾਂ ਸਪੋਜ਼ ਕਰੋ ਤੁਹਾਨੂੰ 500 ਰੁਪੀਜ਼ ਮਿਲਣਗੇ। ਤਾਂ ਕੁਛ ਵੀ ਨਹੀਂ ਇਹਦੇ ਵਿੱਚ ਆਪਾਂ ਚੇਂਜ ਕਰ ਸਕਦੇ, ਬਸ ਫਿਕਸਡ ਹੈ। ਜੇ 100 ਯੂਨਿਟਸ ਪ੍ਰੋਡਿਊਸ ਕਰਦੇ 500 ਮਿਲਣੇ ਨੇ ਤਾਂ 500 ਰੁਪੀਜ਼ ਹੀ ਮਿਲਣੇ ਨੇ। ਤਾਂ ਇਹ ਕਿਹੜਾ ਮੈਥਡ ਹੈ ਸਟਰੇਟ ਪੀਸ ਰੇਟ ਸਿਸਟਮ ਹੈ। ਤਾਂ ਇਸ ਦੇ ਕੁਛ ਐਡਵਾਂਟੇਜਸ ਨੇ ਵੀ ਅਤੇ ਡਿਸਐਡਵਾਂਟੇਜਸ ਵੀ ਨੇ। ਕਿਉਂ ਦੇਖੋ ਐਡਵਾਂਟੇਜਸ ਦੀ ਆਪਾਂ ਜੇ ਗੱਲ ਕਰਦੇ ਹਾਂ ਤਾਂ ਜਿਹੜੇ ਦੇਖੋ ਵਰਕਰਸ ਨੇ ਆਪਾਂ ਉਹਨੂੰ ਪੇ ਕਰ ਰਹੇ ਉਹਦੀ ਮੈਰਿਟਸ ਅਕੋਰਡਿੰਗ, ਉਹਨਾਂ ਦੀ ਪਰਫੋਰਮੈਂਸ ਦੇ ਅਕੋਰਡਿੰਗ। ਕਿਉਂਕਿ ਇੱਕ ਡਿਫਰੈਂਸ ਕ੍ਰੀਏਟ ਕਰ ਰਹੇ ਹਨ ਆਪਾਂ ਐਫੀਸ਼ੀਐਂਟ ਅਤੇ ਇਨਐਫੀਸ਼ੀਐਂਟ ਵਰਕਰਸ ਦੇ ਵਿੱਚ। ਜਿਹੜੇ ਤਾਂ ਆਪਣਾ ਟਾਰਗੇਟ 100 ਯੂਨਿਟਸ ਪ੍ਰੋਡਿਊਸ ਕਰਨ ਦਾ ਕਰ ਲੈਣਗੇ ਕੰਪਲੀਟ, ਉਹ ਕੀ ਨੇ ਐਫੀਸ਼ੀਐਂਟ ਨੇ, ਅਤੇ ਜਿਨ੍ਹਾਂ ਤੋਂ ਟਾਰਗੇਟ ਨਹੀਂ ਹੋ ਪਾ ਰਿਹਾ ਤਾਂ ਉਹ ਕੀ ਨੇ ਇਨਐਫੀਸ਼ੀਐਂਟ ਨੇ। ਤਾਂ ਇੱਕ ਡਿਫਰੈਂਸ ਵੀ ਕ੍ਰੀਏਟ ਹੋ ਗਿਆ ਆਪਣੇ ਆਪ ਦੇ ਵਿੱਚ। ਉਸ ਤੋਂ ਬਾਅਦ ਕੀ ਹੈ ਦੇਖੋ ਜਿਉਂ ਆਪਾਂ ਉਹਨਾਂ ਦਾ ਆਪਣਾ ਕੀ ਕਰਦੇ ਤਾਂ ਟਾਰਗੇਟ ਫਿਕਸ ਕਰਕੇ ਦੇ ਦਿੰਦੇ ਆ, ਤਾਂ ਟਾਰਗੇਟ ਫਿਕਸ ਦੇ ਨਾਲ ਉਹ ਕੀ ਕਰਨਗੇ ਆਪਣੀ ਮੈਕਸੀਮਮ ਟੂ ਮੈਕਸੀਮਮ ਟਰਾਈ ਕਰਨਗੇ ਵੀ ਕੀ ਹੋਵੇ ਪ੍ਰੋਡਕਸ਼ਨ ਜਿਹੜੀ ਉਹ ਇਨਕਰੀਜ਼ ਹੋਵੇ। ਜਦੋਂ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਹੈ ਫਿਰ ਆਪਣੇ ਕਿਹੜੇ ਖਰਚੇ ਨੇ ਜਿਹੜੇ ਉਹ ਡਿਕਰੀਜ਼ ਹੋ ਜਾਂਦੇ ਨੇ, ਫਿਕਸਡ ਐਕਸਪੈਂਸਿਸ ਹੋ ਜਾਂਦੇ ਨੇ। ਉਸ ਤੋਂ ਬਾਅਦ ਕੀ ਹੈ ਇੰਪਲਾਇਰ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਵੀ ਮੇਰੀ ਜਿਹੜੀ ਲੇਬਰ ਦੀ ਕਾਸਟ ਹੈ ਉਹ ਕਿੰਨੀ ਹੈ। ਜੇ ਉਸਨੂੰ ਲੇਬਰ ਕਾਸਟ ਪਤਾ ਲੱਗ ਜਾਂਦੀ ਹੈ ਤਾਂ ਉਹ ਕੋਟੇਸ਼ਨਸ ਹੈ ਜਿਹੜੀ ਫਿਊਚਰ ਦੇ ਲਈ ਫਿਕਸ ਕਰ ਸਕਦਾ ਹੈ। ਉਸ ਤੋਂ ਬਾਅਦ ਕੀ ਨੇ ਵਰਕਰਸ ਜਿਹੜੇ ਟੂਲਸ ਮਸ਼ੀਨਰੀ ਨੂੰ ਕੀ ਕਰਨਗੇ ਕੇਅਰ ਦੇ ਨਾਲ ਯੂਜ਼ ਕਰਨਗੇ। ਠੀਕ ਹੈ, ਜੇ ਕੁਛ ਡਿਫੈਕਟਿਵ ਹੈ ਤਾਂ ਉਹ ਨਾਲ ਦੀ ਨਾਲ ਆਪਣੇ ਇੰਪਲਾਇਰ ਦੱਸਣਗੇ। ਤਾਂ ਇਹ ਸਾਰੇ ਕਿੰਨੇ ਬੈਨੀਫਿਟਸ ਨੇ ਆਪਣੇ ਸਟਰੇਟ ਪੀਸ ਰੇਟ ਸਿਸਟਮ ਦੇ। ਬਟ ਬੈਨੀਫਿਟਸ ਦੇ ਨਾਲ ਕੁਛ ਕੀ ਨੇ ਇਸਦੀਆਂ ਲਿਮਿਟੇਸ਼ਨਸ ਵੀ ਨੇ, ਡਿਸਐਡਵਾਂਟੇਜਸ ਵੀ ਨੇ। ਫਸਟ ਕਿਹੜਾ ਦੇਖੋ ਕੁਆਲਿਟੀ ਆਫ ਦੀ ਆਊਟਪੁੱਟ ਵਿਲ ਸਫਰ। ਦੇਖੋ ਹਰ ਇੱਕ ਨੂੰ ਕੀ ਹੋਏਗਾ ਵੀ ਮੈਂ 100 ਯੂਨਿਟਸ ਪ੍ਰੋਡਿਊਸ ਕਰਨੀਆਂ ਨੇ, ਤਾਂ ਉਹ ਕਿਸ ਤਰ੍ਹਾਂ ਰਿਸੋਰਸਿਸ ਨੂੰ ਯੂਜ਼ ਕਰ ਰਹੇ ਆ, ਬੈਟਰ ਕੁਆਲਿਟੀ ਪ੍ਰੋਡਿਊਸ ਕਰ ਪਾ ਰਿਹਾ ਜਾਂ ਨਹੀਂ ਕਰ ਪਾ ਰਿਹਾ, ਕੀ ਹੈ ਇੱਥੇ
ਸਕਿਪ ਹੋ ਜਾਂਦਾ ਹੈ। ਉਸ ਤੋਂ ਬਾਅਦ ਕਿ ਜਿਹੜੇ ਇਨਐਫੀਸ਼ੀਐਂਟ ਵਰਕਰਸ ਨੇ ਉਹ ਥੋੜ੍ਹੇ ਜਿਹੇ ਹੋਰ ਡੀਮੋਟੀਵੇਟ ਹੋ ਜਾਂਦੇ ਨੇ, ਕਿਉਂ ਜਦੋਂ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਟਾਰਗੇਟ ਹੀ ਕੰਪਲੀਟ ਨਹੀਂ ਕਰ ਪਾਵਾਂਗੇ ਤਾਂ ਉਹ ਵਿੱਚ ਵਿਚਾਲੇ ਕੀ ਹੋ ਜਾਂਦੇ ਨੇ, ਡੀਮੋਟੀਵੇਟ ਹੋ ਜਾਂਦੇ ਨੇ ਆਪਣੇ ਕੰਮ ਨੂੰ ਲੈ ਕੇ। ਉਸ ਤੋਂ ਬਾਅਦ ਕਿ ਆਪਾਂ ਨੂੰ ਪਤਾ ਵੀ ਜੇ ਆਪਾਂ ਜ਼ਿਆਦਾ ਪ੍ਰੋਡਕਸ਼ਨ ਕਰ ਰਹੇ ਹਾਂ ਤਾਂ ਉਹਦਾ ਮੀਨਿੰਗ ਇਹ ਨਹੀਂ ਵੀ ਆਪਣੀ ਕਾਸਟ ਜਿਹੜੀ ਉਹ ਘੱਟ ਹੋ ਜਾਂਦੀ ਹੈ, ਕਿਉਂ ਹੋ ਸਕਦਾ ਵੀ ਜਿਹੜੀਆਂ ਟੂਲਸ ਟੈਕਨੀਕਸ ਨੇ ਉਹ ਪ੍ਰੋਪਰ ਨਹੀਂ ਯੂਜ਼ ਕਰ ਰਹੇ, ਠੀਕ ਹੈ। ਡਿਫੈਕਟਿਵ ਜ਼ਿਆਦਾ ਤੋਂ ਜ਼ਿਆਦਾ ਹੋ ਰਹੀ ਹੈ ਮਸ਼ੀਨਰੀ ਤਾਂ ਆਪਣੀ ਕਾਸਟ ਜਿਹੜੀ ਆਟੋਮੈਟਿਕ ਇਨਕਰੀਜ਼ ਹੋ ਜਾਂਦੀ ਹੈ। ਨੈਕਸਟ ਹੈ ਟੇਲਰਸ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ। ਇਸ ਦੇ ਵਿੱਚ ਕੀ ਹੁੰਦਾ ਵੀ ਜਿਹੜਾ ਵਰਕਰ ਲੋ ਕੰਮ ਕਰ ਰਿਹਾ ਉਸਨੂੰ ਲੋ ਵੇਜਸ, ਜਿਹੜਾ ਹਾਈ ਕੰਮ ਕਰ ਰਿਹਾ ਉਸਨੂੰ ਹਾਈ ਵੇਜਸ। ਆਪਾਂ ਇਸ ਨੂੰ ਕਹਿ ਸਕਦੇ ਹਾਂ ਟੇਲਰਸ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ। ਨੈਕਸਟ ਇਲਸਟ੍ਰੇਸ਼ਨ ਨੰਬਰ ਫਸਟ। ਇਸ ਦੇ ਵਿੱਚ ਕੀ ਹੈ ਤੁਹਾਨੂੰ ਦਿੱਤਾ ਹੋਇਆ ਹੈ ਸਟੈਂਡਰਡ ਟਾਈਮ ਪਰ ਯੂਨਿਟ 20 ਸੈਕਿੰਡਸ ਦੇ ਵਿੱਚ ਉਹ ਕਿੰਨੇ ਯੂਨਿਟਸ ਪ੍ਰੋਡਿਊਸ ਕਰ ਰਿਹਾ, 1 ਯੂਨਿਟ ਪ੍ਰੋਡਿਊਸ ਕਰ ਪਾ ਰਹੇ। ਤਾਂ ਆਪਾਂ ਕੀ ਕਰਾਂਗੇ ਸਟੈਂਡਰਡ ਪ੍ਰੋਡਕਸ਼ਨ ਪਰ ਮਿੰਟ ਕੱਢ ਲਵਾਂਗੇ। ਹੁਣ ਆਪਣੇ ਕੋਲ ਕੀ ਸੀ ਸੈਕਿੰਡਸ ਦੇ ਵਿੱਚ ਸੀ, ਹੁਣ ਮਿੰਟ ਦੇ ਵਿੱਚ ਕਿੰਨਾ ਮਤਲਬ 3 ਯੂਨਿਟਸ ਕਰ ਰਿਹਾ। ਮਿੰਟਸ ਤੋਂ ਆਪਾਂ ਆਰ ਦੇ ਵਿੱਚ ਆ ਗਏ, 1 ਆਰ ਦੇ ਵਿੱਚ ਕਿੰਨਾ ਕਰ ਰਿਹਾ 180 ਯੂਨਿਟਸ। ਤਾਂ ਆਪਾਂ ਕੀ ਕਰਨਾ ਇਸ ਨੂੰ ਮਲਟੀਪਲਾਈ ਕਰ ਦੇਵਾਂਗੇ 8 ਦੇ ਨਾਲ, ਕਿਉਂ ਆਪਣੇ ਕੋਲ ਨੈਕਸਟ ਵੀ ਆਪਣੇ ਕੋਲ ਗਿਵਨ ਹੈ 80% ਆਫ ਪੀਸ ਰੇਟ। ਰੇਟ ਪਰ ਆ ਕਿੰਨਾ 1.80 ਅਤੇ ਯੂਨਿਟਸ ਕਿੰਨੇ ਆਪਣੇ ਕੋਲ 180 ਯੂਨਿਟਸ। ਤਾਂ ਨੋਰਮਲ ਪੀਸ ਰੇਟ ਕਿੰਨਾ ਆ ਗਿਆ 1 ਪੈਸੇ। ਅਤੇ ਜੇ ਆਪਾਂ ਨੈਕਸਟ ਕੈਲਕੂਲੇਸ਼ਨਸ ਕਰ ਰਹੇ ਹਾਂ ਤਾਂ ਉਹ ਬਿਲਕੁਲ ਸੇਮ ਨੇ। ਤਾਂ ਇਲਸਟ੍ਰੇਸ਼ਨ ਫਸਟ ਇੱਕ ਵਾਰ ਟਰਾਈ ਕਰ ਲਿਓ, ਕੋਈ ਡਾਊਟ ਹੈ ਤਾਂ ਪੁੱਛੋ, ਨਹੀਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ ਕਰ ਲਵਾਂਗੇ। ਥੈਂਕ ਯੂ।